हाँ जी, सत श्री अकाल जी। लो जी, हुण आपां चलांगे हेमकुंट साहब। 6 किलोमीटर है इत्थों ते आपां सुबह का टाइम हो चुका है। साढ़े चार का टाइम है ते आपां चलांगे हेमकुंट साहब गोबिंद धाम तो। ते आओ फिर चलदे आं, तुहानूं लैके चलदे आं फिर हेमकुंट साहिब। 6 किलोमीटर की सीधी चढ़ाई ते दिखावांगे तुहानूं इस सफ़र बारे, पैदल यात्रा बारे। ते ये अपना ब्लॉग नंबर 7 ते 13 तरीक हो चुकी है। अज 13 तरीक सुबह का टाइम 4:30 का। ते संगतां चाले पाउंदियां होईयां हेमकुंट साहिब नूं देख रहे हो तुसीं। धाम दे गुरुद्वारे तो मत्था टेक के संगत तुरदी हुई ते खच्चरां भी तैयार खड़ियां श्रद्धालुआं लई। कई इत्थों खच्चरां दा सफ़र शुरू करनगे क्योंकि चढ़ाई सीधी है, बहुत औखा काम है। बच्चे बुढ़े वो खच्चरां दा सहारा लैणगे। बाकी देखदे आं अज किवें पहुंचया जांदा उपर। ते ठंड भी पूरी हो चुकी है, 10-11 टंपरेचर हैगा इस टाइम। सामने उच्चियां उच्चियां पहाड़ियां तुसीं देख रहे हो। ते पहलां जिहड़ी चढ़ाई सी वो ठीक सीगी, आसे पासे दरख्त सीगे हरे भरे। ते पर इत्थे कोई दरख्त नहीं मिलेगा तुहानूं, पहाड़ ने सीधा उच्चे उच्चे पहाड़। इत्थों जल्दी चलण का यही कारण सी कि आपां उत्थों वापस भी आउणा, क्योंकि 2 तो पहलां वापस मुड़ना हुंदा संगत ने। इस करके सारी संगत सुबह सदेहा ही चलदी है धाम तो लगभग। ते पहाड़ आसे पासे बहुत वड्डे वड्डे पहाड़। ते आ नदी उही नदी जो आपां नूं शुरू तो स्टार्टिंग तो ही अपने नाल चल रही है ते हुण भी नाल ही जाएगी। ते हेमकुंट साहब अपने नाल ही जाएगी। ते चलदे आं जी फिर। पुल आ चुक्या है, छोटा जिहा पुल पार करदी हुई संगत। ते पहुँचांगे अज आपां हेमकुंट साहिब धाम तो। धाम तो आपां 4:30 ਚੱਲੇ ਹਾਂ सुबह ਦੇ। ਤੇ ਚਾਹ ਚੂ ਪੀ ਲਈ ਸੀਗੀ ਸੁਬਹ ਦੀ। ਕੱਲੀ ਚਾਹ ਪੀ ਕੇ ਆਪਾਂ ਰੈਡੀ ਹੋ ਕੇ ਚੱਲ ਪਏ ਹਾਂ ਹੇਮਕੁੰਟ ਸਾਹਿਬ ਲਈ। ਬਾਕੀ ਤੁਸੀਂ ਰੇਨਕੋਟ ਵਗੈਰਾ ਇੱਥੋਂ ਲੈ ਲਓ, ਕਿਉਂਕਿ ਰਸਤੇ 'ਚ ਕਈ ਵਾਰੀ ਬਾਰਿਸ਼ ਵੀ ਹੋ ਸਕਦੀ ਹੈ। ਬਾਕੀ ਇੱਥੋਂ ਤੁਸੀਂ ਕਿਰਾਏ 'ਤੇ ਵੀ ਰੇਨਕੋਟ ਵਗੈਰਾ ਜਾਂ ਗਰਮ ਕੱਪੜੇ ਮਿਲ ਜਾਂਦੇ ਆ। 100 ਕੁ ਰੁਪਈਆ ਰੈਂਟ ਲੱਗਦਾ ਅਤੇ ਆ ਕੇ ਆਪਾਂ ਧਾਮ 'ਤੇ ਫਿਰ ਵਾਪਸ ਉਹਨਾਂ ਨੂੰ ਦੇ ਸਕਦੇ ਹਾਂ। ਅਤੇ ਜੇ ਤੁਸੀਂ ਗਰਮ ਕੱਪੜੇ ਨਹੀਂ ਵੀ ਚੱਕਣੇ ਤਾਂ ਇੱਥੋਂ ਮਿਲ ਜਾਣਗੇ ਤੁਹਾਨੂੰ ਰੈਂਟ 'ਤੇ, ਠੀਕ ਹੈ ਜੀ। ਅਤੇ ਉਹ ਸਿਕਿਉਰਟੀ ਵਜੋਂ ਕੁਛ ਕੁ ਪੈਸੇ ਰੱਖਦੇ ਆ ਅਤੇ ਫਿਰ ਉਹ ਵਾਪਸ ਕਰ ਦਿੰਦੇ ਆ। ਧਾਮ 'ਤੇ ਤੁਹਾਨੂੰ ਬਹੁਤ ਇਹੋ ਜਿਹੀਆਂ ਦੁਕਾਨਾਂ ਮਿਲ ਜਾਣਗੀਆਂ। ਅਤੇ ਖੱਚਰਾਂ 'ਤੇ ਜਾਂਦੀ ਹੋਈ ਸੰਗਤ ਦੇਖ ਰਹੇ ਹੋ ਤੁਸੀਂ ਸਾਹਮਣੇ। ਅਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਉੱਚੇ ਉੱਚੇ ਪਹਾੜ। ਅਤੇ ਉਹ ਸਾਹਮਣੇ ਨਦੀ ਵਿੱਚ ਦੀ ਪਹਾੜਾਂ ਦੇ ਆਉਂਦੀ ਹੋਈ। ਅਤੇ ਬਰਫ਼ ਵਾਲੇ ਪਹਾੜ ਵੀ ਤੁਹਾਨੂੰ ਦਿਖਣਗੇ ਇੱਥੇ, ਅਤੇ ਬਰਫ਼ ਦੇ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ। ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਚਿੱਟੀ ਚਿੱਟੀ ਉਹ ਬਰਫ਼ ਹੀ ਹੈ। ਅਤੇ ਸੰਗਤ ਜਾਂਦੀ ਹੋਈ ਖੱਚਰਾਂ 'ਤੇ, ਕਿਉਂਕਿ ਸਫ਼ਰ ਥੋੜ੍ਹਾ ਜਿਹਾ ਚੜ੍ਹਾਈ ਵਾਲਾ ਜ਼ਿਆਦਾ ਹੈ। ਤੁਸੀਂ ਦੇਖ ਰਹੇ ਹੋ ਪੂਰੀ ਸਿੱਧੀ ਚੜ੍ਹਾਈ ਹੈ ਪੂਰੀ। ਮਾਤਾ ਜੀ ਖੱਚਰਾਂ 'ਤੇ ਆਉਂਦੇ ਹੋਏ ਦੇਖ ਰਹੇ ਹੋ। ਅਤੇ ਸਾਹਮਣੇ ਨਦੀ ਦੀ ਧਾਰਾ ਵਹਿੰਦੀ ਹੋਈ। ਬੱਚੇ ਅਤੇ ਇਸ ਤਰ੍ਹਾਂ ਵੀ ਬਜ਼ੁਰਗਾਂ ਨੂੰ ਲਿਜਾਇਆ ਜਾਂਦਾ ਉੱਪਰ। 4 ਜਣੇ ਲੈ ਕੇ ਚੱਲਦੇ ਆ। ਇਹਨਾਂ ਦਾ ਕਿਰਾਇਆ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ, 4-5 ਹਜ਼ਾਰ ਰੁਪਈਆ ਲੈਂਦੇ ਆ ਇਹ। ਬੱਗੀ ਜੀ ਹੁੰਦੀ ਹੈ ਅਤੇ ਉਹ 'ਚ ਪਾ ਲੈਂਦੇ ਆ। ਆਹ ਦੇਖ ਰਹੇ ਹੋ ਤੁਸੀਂ, ਕਿਉਂਕਿ ਖੱਚਰਾਂ ਥੋੜ੍ਹਾ ਜਿਹਾ ਤੰਗ ਕਰਦੀਆਂ ਬੰਦੇ ਨੂੰ, ਅਤੇ ਇਹਦੇ ਵਿੱਚ ਬੰਦਾ ਆਰਾਮ ਨਾਲ ਜਾਂਦਾ। ਪਰ ਧੰਨ ਇਹ ਲੋਕ ਪਹਾੜੀਏ ਜਿਹੜੇ ਲੈ ਕੇ ਜਾਂਦੇ ਆ ਉੱਪਰ, ਇਹਨਾਂ ਦਾ ਰੋਜ਼ ਦਾ ਕੰਮ ਹੈ। 3-4 ਗੇੜੇ ਲਾ ਦਿੰਦੇ ਅਪ ਡਾਊਨ। ਸਾਹਮਣੇ ਪਹਾੜ। ਕਹਿੰਦੇ ਪਹਿਲਾਂ ਹੇਮਕੁੰਟ ਸਾਹਿਬ ਨੂੰ ਲੋਕਪਾਲ ਕਿਹਾ ਜਾਂਦਾ ਸੀ। ਲੋਕਪਾਲ ਨਾਮ ਸੀਗਾ ਇਸ ਦਾ। ਅਤੇ 7 ਪਹਾੜੀਆਂ ਦੇ ਵਿੱਚ ਇਹ ਸਰੋਵਰ ਬਣਿਆ ਹੋਇਆ। 7 ਪਹਾੜੀਆਂ 'ਤੇ ਨਿਸ਼ਾਨ ਸਾਹਿਬ ਝੂਲਦੇ ਨੇ ਉੱਚੀਆਂ ਚੋਟੀਆਂ ਤੋਂ। ਉਹਦੇ ਵਿੱਚ ਬਣਿਆ ਹੋਇਆ ਹੇਮਕੁੰਟ ਸਾਹਿਬ ਦਾ ਗੁਰਦੁਆਰਾ। ਅਤੇ ਸੰਗਤ ਉੱਪਰ ਨੂੰ ਚੜ੍ਹਦੀ ਹੋਈ। ਅਤੇ ਬਾਬਾ ਜੀ ਖੱਚਰਾਂ ਦਾ ਸਹਾਰਾ ਲੈਂਦੇ ਹੋਏ। ਖੱਚਰਾਂ ਜਿਹੜੇ ਪੈਦਲ ਯਾਤਰੀ ਆ ਉਹਨਾਂ ਨੂੰ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਤੰਗ ਕਰਦੀਆਂ ਨੇ, ਕਿਉਂਕਿ ਜਾਨਵਰ ਹੈ, ਉਹਨਾਂ ਦਾ ਪਤਾ ਨਹੀਂ ਚੱਲਦਾ ਰਾਈਟ ਸਾਈਡ ਚੱਲਣਾ ਕਿ ਲੈਫਟ ਸਾਈਡ ਚੱਲਣਾ। ਇਸ ਕਰਕੇ ਇਹਨਾਂ ਖੱਚਰਾਂ ਵਾਲਿਆਂ ਨਾਲ ਆਮ ਸ਼ਰਧਾਲੂਆਂ ਦਾ ਝਗੜਾ ਵਗੈਰਾ ਰਾਹ 'ਚ ਕਈ ਵਾਰ ਹੋ ਜਾਂਦਾ। ਅਤੇ ਕਿਉਂਕਿ ਪਸ਼ੂ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਇੰਨਾ ਕਿਹੜੀ ਸਾਈਡ ਤੁਰਨਾ। ਸੰਗਤਾਂ ਆਉਂਦੀਆਂ ਹੋਈਆਂ।
ਰਾਹ 'ਚ ਸੰਗਤਾਂ ਦਮ ਵੀ ਲੈਂਦੀਆਂ ਨੇ। ਇਹ ਬ੍ਰੇਕ ਪੁਆਇੰਟ ਆ ਗਿਆ ਜੀ, ਚਾਹ ਪਾਣੀ ਇੱਥੋਂ ਤੁਸੀਂ ਲੈ ਸਕਦੇ ਹੋ, ਫਿਰ ਅੱਗੇ ਸ਼ਾਇਦ ਹੀ ਮਿਲੇ ਤੁਹਾਨੂੰ, ਅਤੇ ਆਪਣਾ ਕੁਛ ਖਾ ਪੀ ਸਕਦੇ ਹੋ ਇੱਥੇ ਆ ਕੇ। ਦੇਖੋ ਪਹਾੜ ਕਿੱਡੇ ਆ, ਜਮਾਂ ਅਸਮਾਨਾਂ ਨੂੰ ਛੂਹਦੇ ਹੋਏ ਪਹਾੜ ਨੇ ਇੱਥੇ, ਜਮਾਂ ਟੀਸੀਆਂ। ਅਤੇ ਆਹ ਬਣਿਆ ਹੋਇਆ ਰਸਤਾ ਉਹੀ ਪੱਥਰਾਂ ਵਾਲਾ ਰਸਤਾ, ਇੱਥੇ ਵੀ ਉਵੇਂ ਹੀ ਬਣਾਇਆ ਗਿਆ। 10-11 ਫੁੱਟ ਦਾ ਇਹ ਰਸਤਾ ਜਿਸ 'ਤੇ ਸੰਗਤ ਚੱਲਦੀ ਹੈ। ਪੱਥਰਾਂ ਦਾ ਰਸਤਾ ਬਣਿਆ ਹੋਇਆ ਇਹ। ਅਤੇ ਧੁੱਪ ਚੜ੍ਹ ਚੁੱਕੀ ਆ, ਤੁਸੀਂ ਦੇਖ ਰਹੇ ਹੋ ਸਾਹਮਣੇ ਪਹਾੜ, ਰੋਸ਼ਨੀ ਆ ਚੁੱਕੀ ਆ। ਇਸ ਤਰ੍ਹਾਂ ਇਹ ਰਸਤਾ ਹੈ, ਪੱਥਰਾਂ ਨਾਲ ਉੱਬੜ ਦੁੱਬੜ ਜਿਹਾ ਰਸਤਾ ਬਣਿਆ ਹੋਇਆ। ਇਸੇ ਤਰ੍ਹਾਂ ਆਪਾਂ ਚੜ੍ਹਾਈ ਚੜ੍ਹਦੇ ਜਾਣਾ। ਹੇਮਕੁੰਟ ਸਾਹਿਬ ਪਹੁੰਚਾਂਗੇ ਅੱਜ 13 ਜੂਨ 2022। ਇਸ ਤਰ੍ਹਾਂ ਕਈ ਵਾਰ ਤੁਸੀਂ ਦੇਖਿਆ ਹੋਣਾ ਸ਼ਾਰਟਕੱਟ ਵੀ ਰਸਤੇ ਬਣੇ ਹੋਏ ਆ ਰਾਹ ਦੇ ਵਿੱਚ, ਅਤੇ ਕਈ ਸੰਗਤ ਕੀ ਕਰਦੇ ਆ ਸ਼ਾਰਟਕੱਟ ਰਸਤੇ ਨੂੰ ਅਪਣਾ ਲੈਂਦੇ ਆ, ਪਰ ਉਹ ਥੋੜ੍ਹਾ ਜੋਖਮ ਭਰਿਆ ਹੁੰਦਾ। ਕਈ ਵਾਰ ਪੈਰ ਤਿਲਕ ਜੇ ਤਾਂ ਕੋਈ ਪਤਾ ਨਹੀਂ ਹੁੰਦਾ, ਹਾਦਸਾ ਵਾਪਰ ਸਕਦਾ। ਸੰਗਤਾਂ ਬੈਠ ਕੇ ਫਿਰ ਆਰਾਮ ਕਰਦੀਆਂ ਹੋਈਆਂ। ਇਸ ਤਰ੍ਹਾਂ ਥੋੜ੍ਹੀ ਬ੍ਰੇਕ ਲੈਂਦੇ ਹੋਏ ਚਲੇ ਜਾਣਾ, ਬਾਹਲੀ ਕਾਹਲ ਨਹੀਂ ਕਰਨੀ ਤੁਸੀਂ। ਕਹਿੰਦੇ ਆ ਕਿ ਹੇਮਕੁੰਟ ਦਾ ਪੁਰਾਣਾ ਨਾਮ ਲੋਕਪਾਲ ਸੀਗਾ। 7 ਵੱਡੀਆਂ ਪਹਾੜੀਆਂ 'ਚ ਗੁਰਦੁਆਰਾ ਸੁਸ਼ੋਭਿਤ ਹੈ। ਅਤੇ ਇਸ ਦੇ ਇਤਿਹਾਸ ਬਾਰੇ ਤੁਹਾਨੂੰ ਦੱਸਦੇ ਹਾਂ। ਕਹਿੰਦੇ ਆ ਭਾਈ ਵੀਰ ਸਿੰਘ ਜੀ ਨੇ ਆਪਣੀ ਕਿਤਾਬ ਕਲਗੀਧਰ ਚਮਤਕਾਰ ਦੀ ਰਚਨਾ ਕੀਤੀ। ਕਲਗੀਧਰ ਚਮਤਕਾਰ 'ਚ ਇਸ ਸਥਾਨ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ, ਭਾਈ ਵੀਰ ਸਿੰਘ ਨੇ। ਅਤੇ ਜਦੋਂ ਇਹ ਕਲਗੀਧਰ ਚਮਤਕਾਰ ਛਪਦਾ ਤਾਂ 1932 ਈਸਵੀ ਵਿੱਚ ਸਰਦਾਰ ਸੋਹਣ ਸਿੰਘ, ਜੋ ਆਰਮੀ 'ਚੋਂ ਗ੍ਰੰਥੀ ਰਿਟਾਇਰ ਹੋਏ ਸਨ, ਉਹ ਇਸ ਜਗ੍ਹਾ ਦੀ ਖੋਜ ਕਰਦੇ ਹਨ ਅਤੇ ਉਹ ਕਲਗੀਧਰ ਚਮਤਕਾਰ ਪੜ੍ਹਦੇ ਹਨ। ਠੀਕ ਹੈ ਜੀ। ਅਤੇ ਉਹ ਇਸ ਸਥਾਨ ਨੂੰ ਲੱਭਣ ਲਈ ਤੁਰ ਪੈਂਦੇ ਹਨ। ਉਹਨਾਂ ਨੇ 1934 'ਚ ਇਸ ਸਥਾਨ ਨੂੰ ਲੱਭਿਆ, ਉੱਪਰ ਆਉਂਦੇ ਹਨ ਉਹ 1934 ਦੇ ਵਿੱਚ, ਅਤੇ ਉਹਨਾਂ ਨੂੰ ਪਤਾ ਚੱਲਦਾ ਕਿ ਉੱਪਰ ਇੱਕ ਲੇਕ ਹੈ, ਲੋਕਪਾਲ ਨਾਮ ਦੀ ਇੱਕ ਲੇਕ ਹੈ। ਇੱਥੇ ਆ ਕੇ ਭਾਈ ਸੋਹਣ ਸਿੰਘ ਬਹੁਤ ਖੁਸ਼ ਹੁੰਦੇ ਹਨ। ਆਖਰ ਉਹਨਾਂ ਨੇ ਇਹ ਸਥਾਨ ਲੱਭ ਲਿਆ। ਇਸ ਤੋਂ ਬਾਅਦ ਉਹ ਕਈ SGPC ਅੰਮ੍ਰਿਤਸਰ ਵੀ ਜਾਂਦੇ ਹਨ, ਇਸ ਸਥਾਨ ਬਾਰੇ ਉਹਨਾਂ ਨੂੰ ਵੀ ਦੱਸਦੇ ਹਨ, ਪਰ ਉਹ ਉਹਨਾਂ ਦੀ ਗੱਲ ਨਹੀਂ ਸੁਣਦੇ SGPC ਵਾਲੇ। ਫਿਰ ਉਹ ਭਾਈ ਵੀਰ ਸਿੰਘ ਜੀ ਕੋਲ ਹੀ ਜਾਂਦੇ ਹਨ, ਅਤੇ ਭਾਈ ਵੀਰ ਸਿੰਘ ਜੀ ਨੇ ਕਿਹਾ ਕਿ ਇਹ ਉਹੀ ਸਥਾਨ ਹੈ। ਇਸ ਤਰ੍ਹਾਂ ਭਾਈ ਵੀਰ ਸਿੰਘ ਜੀ ਨੇ ਸੋਹਣ ਸਿੰਘ ਜੀ ਨੂੰ 2100 ਰੁਪਏ ਆਪਣੇ ਕੋਲੋਂ ਦਿੱਤੇ ਅਤੇ ਕਿਹਾ ਕਿ ਤੁਸੀਂ ਉਸ ਸਥਾਨ 'ਤੇ ਜਾਓ ਅਤੇ ਇੱਕ 10 ਬਾਈ 10 ਦਾ ਇੱਕ ਕਮਰਾ ਬਣਾਓ। ਇਸ ਤੋਂ ਬਾਅਦ ਭਾਈ ਸੋਹਣ ਸਿੰਘ ਆਪਣੇ ਨਾਲ ਭਾਈ ਮੋਦਨ ਸਿੰਘ, ਜੋ ਆਰਮੀ 'ਚੋਂ ਹਵਲਦਾਰ ਰਿਟਾਇਰ ਹੋਏ ਸਨ, ਆਪਣੇ ਨਾਲ ਲੈ ਕੇ ਉੱਪਰ ਆਉਂਦੇ ਹਨ। ਇਸ ਤਰ੍ਹਾਂ ਇਹਨਾਂ ਦੋ ਸਿੰਘਾਂ ਨੇ 1935 ਈਸਵੀ ਵਿੱਚ ਥੱਲੇ ਤੋਂ ਸਮਾਨ ਲਿਜਾ ਕੇ ਉੱਪਰ 10 ਬਾਈ 10 ਦਾ ਕਮਰਾ ਬਣਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ ਸਤੰਬਰ 1937 ਵਿੱਚ ਕਮਰਾ ਬਣ ਕੇ ਤਿਆਰ ਹੋਇਆ ਤਾਂ ਭਾਈ ਵੀਰ ਸਿੰਘ ਜੀ ਨੇ ਇਹਨਾਂ ਦੋਨੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭੇਟ ਕੀਤਾ ਅਤੇ ਕਿਹਾ ਕਿ ਤੁਸੀਂ ਹੇਮਕੁੰਟ ਜਾਓ ਅਤੇ ਇਸ ਸਰੂਪ ਦਾ ਪ੍ਰਕਾਸ਼ ਕਰੋ। ਇਸ ਤਰ੍ਹਾਂ ਦੋਵੇਂ ਸਿੰਘ, ਭਾਈ ਸੋਹਣ ਸਿੰਘ ਅਤੇ ਭਾਈ ਮੋਦਨ ਸਿੰਘ, ਪੂਰੀ ਤਨ ਮਨ ਨਾਲ ਸੇਵਾ ਕਰਦੇ ਹਨ। 1939 ਈਸਵੀ ਵਿੱਚ ਭਾਈ ਸੋਹਣ ਸਿੰਘ ਜੀ ਨੂੰ TB ਦੀ ਬਿਮਾਰੀ ਹੋ ਜਾਂਦੀ ਹੈ ਅਤੇ ਉਹ ਸਵਰਗ ਸਿਧਾਰ ਜਾਂਦੇ ਹਨ। ਅਤੇ ਉਸ ਤੋਂ ਪਹਿਲਾਂ ਉਹ ਹੇਮਕੁੰਟ ਦੀ ਪੂਰੀ ਜ਼ਿੰਮੇਵਾਰੀ ਭਾਈ ਮੋਦਨ ਸਿੰਘ ਨੂੰ ਸੌਂਪ ਦਿੰਦੇ ਹਨ। ਇਸ ਤੋਂ ਬਾਅਦ ਭਾਈ ਮੋਦਨ ਸਿੰਘ ਜੀ 21 ਸਾਲ ਹੇਮਕੁੰਟ ਸਾਹਿਬ ਦੀ ਸੇਵਾ ਸੰਭਾਲ ਕਰਦੇ ਹਨ। ਜਦੋਂ ਉਹ ਸੇਵਾ ਕਰਦੇ ਹਨ ਤਾਂ ਰਾਤ ਨੂੰ ਥੱਲੇ ਆ ਕੇ ਗੋਬਿੰਦ ਧਾਮ ਵਿਖੇ ਆਪਣੀ ਰਾਤ ਗੁਜ਼ਾਰਦੇ ਸਨ। ਧਾਮ ਦੇ ਵਿੱਚ ਜੋ ਦਰਖਤ ਹੈ ਉਹ ਉੱਥੇ ਹੀ ਰਾਤ ਕੱਟਦੇ ਸਨ ਅਤੇ ਦਿਨ ਚੜ੍ਹਦੇ ਨੂੰ ਉੱਪਰ ਚਲੇ ਜਾਂਦੇ ਸਨ। ਅਤੇ 1960 ਵਿੱਚ ਭਾਈ ਮੋਦਨ ਸਿੰਘ ਸਰੀਰ ਛੱਡ ਦਿੰਦੇ ਹਨ ਅਤੇ ਮਰਨ ਤੋਂ ਪਹਿਲਾਂ ਉਹ ਇੱਕ ਟਰੱਸਟ ਬਣਾ ਦਿੰਦੇ ਹਨ, ਜੋ ਅੱਜ ਵੀ ਉਹ ਟਰੱਸਟ ਇਸ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਿਹਾ ਹੈ। ਅਤੇ 1968 ਈਸਵੀ ਵਿੱਚ ਇਸ ਕਮਰੇ ਨੂੰ ਵੱਡਾ ਕਰਕੇ 110 ਬਾਏ 110 ਫੁੱਟ ਦਾ ਬਣਾਇਆ ਗਿਆ ਅਤੇ ਇਸ ਕਮਰੇ ਨੂੰ 83ਵੀਂ ਛੱਤ ਦਾ ਰੂਪ ਦਿੱਤਾ ਗਿਆ ਤਾਂ ਜੋ ਖਰਾਬ ਮੌਸਮ, ਹਵਾ, ਬਰਫ਼ ਇਹ ਛੱਤ ਝੱਲ ਸਕੇ। ਠੀਕ ਹੈ ਜੀ, ਇਹ ਇਸ ਦਾ ਇਤਿਹਾਸ ਹੈ। ਬਾਕੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾफ़ ਕਰਿਓ। ਠੀਕ ਹੈ ਜੀ, ਚੱਲਦੇ ਹਾਂ ਹੁਣ ਆਪਾਂ। ਸਾਹਮਣੇ ਦੇਖ ਰਹੇ ਹੋ ਤੁਸੀਂ ਝਰਨਾ, ਬਹੁਤ ਹੀ ਸਾਫ਼ ਪਾਣੀ ਅਤੇ ਉੱਤੋਂ ਪੁਲ ਸੰਗਤਾਂ ਲੰਘਦੀਆਂ ਹੋਈਆਂ। ਇਸ ਤਰ੍ਹਾਂ ਇਹ ਸਫ਼ਰ ਬਹੁਤ ਹੀ ਵਧੀਆ ਲੋਕੇਸ਼ਨ ਨਾਲ ਚੱਲਦਾ ਹੈ। ਆਸੇ ਪਾਸੇ ਬਰਫ਼ ਵਾਲੇ ਪਹਾੜ ਹੁੰਦੇ ਆ ਉੱਚੇ ਉੱਚੇ, ਕਈ ਵਾਰ ਝਰਨਾ ਵੀ ਆ ਜਾਂਦਾ ਰਸਤੇ 'ਚ, ਅਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹੋਈਆਂ ਅਤੇ ਸੰਗਤਾਂ ਜਾਂਦੀਆਂ ਹੋਈਆਂ ਉੱਪਰ। ਦੇਖੋ ਜੀ, ਪਾਣੀ ਨਾਲ ਗਿੱਲੇ ਹੋਏ ਪੱਥਰਾਂ 'ਚੋਂ ਪਾਣੀ ਇੱਥੇ ਰਿਸਦਾ ਹੀ ਰਹਿੰਦਾ। ਆਸੇ ਪਾਸੇ ਪਹਾੜ ਨੇ ਜਿਹੜੇ,
ਤੇ ਬਸ ਆਪਾਂ ਹੁਣ ਹੇਮਕੁੰਟ ਸਾਹਿਬ ਪਹੁੰਚਣ ਵਾਲੇ ਹਾਂ ਤੇ ਸੰਗਤਾਂ ਜਾਂਦੀਆਂ ਹੋਈਆਂ ਖੱਚਰਾਂ ਤੇ। ਪੂਰੀ ਸਿੱਧੀ ਚੜ੍ਹਾਈ ਹੈ ਇਹ ਜੋ ਸਫ਼ਰ ਹੈ, ਤੁਸੀਂ ਦੇਖ ਰਹੇ ਹੋ ਸਾਹਮਣੇ ਬਰਫ਼ ਨਾਲ ਢਕੇ ਹੋਏ ਪਹਾੜ। ਬਹੁਤ ਹੀ ਖੂਬਸੂਰਤ ਨਜ਼ਾਰਾ। ਦਮ ਬਹੁਤ ਚੜ੍ਹ ਜਾਂਦਾ ਕਿਉਂਕਿ ਸਿੱਧੀ ਚੜ੍ਹਾਈ ਹੈ। ਬੈਠੀਆਂ ਹੋਈਆਂ ਸੰਗਤਾਂ ਆਰਾਮ ਕਰਦੀਆਂ ਹੋਈਆਂ। ਆਪਾਂ ਵੀ ਬੈਠ ਜਾਈਏ 2 ਮਿੰਟ। 6 ਕਿਲੋਮੀਟਰ ਦਾ ਸਫ਼ਰ ਇਹ ਬਹੁਤ ਹੀ ਬਹੁਤ ਹੀ ਔਖਾ ਕਰਦਾ ਇਹ, ਕਿਉਂਕਿ ਸਿੱਧੀ ਚੜ੍ਹਾਈ ਹੈ ਬਿਲਕੁਲ। ਇੱਥੇ ਆ ਕੇ ਲੱਤਾਂ ਜਵਾਬ ਦੇਣ ਲੱਗ ਜਾਂਦੀਆਂ। ਜਦੋਂ 1-2 ਕਿਲੋਮੀਟਰ ਰਹਿ ਜਾਂਦਾ ਉਹ ਤਾਂ ਹੀ ਹੁੰਦਾ ਵੀ ਬਸ ਹੁਣ ਨਹੀਂ ਚੜ੍ਹਿਆ ਜਾਣਾ। ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਈ। 2 ਕਿਲੋਮੀਟਰ 1 ਕਿਲੋਮੀਟਰ 2 ਪੂਰਾ ਅੜ ਗਿਆ ਕੰਮ ਅਤੇ ਪੈਰ ਕਹਿੰਦੇ ਵੀ ਨਹੀਂ, ਲੱਤਾਂ ਪੂਰੀਆਂ ਥੱਕ ਚੁੱਕੀਆਂ ਸਨ। ਲਓ ਜੀ, ਹੁਣ ਆਪਾਂ ਪਹੁੰਚ ਚੁੱਕੇ ਹਾਂ ਹੇਮਕੁੰਟ ਸਾਹਿਬ। ਦਰਸ਼ਨ ਕਰੋ ਸ਼੍ਰੀ ਹੇਮਕੁੰਟ ਸਾਹਿਬ ਦੇ ਸਾਹਮਣੇ। ਅਤੇ ਆਪਾਂ ਪਹਿਲਾਂ ਇਸ਼ਨਾਨ ਪਾਣੀ ਕਰਾਂਗੇ। ਪਹਿਲਾਂ ਕਹਿੰਦੇ ਪਾਣੀ ਬਹੁਤ ਠੰਡਾ ਹੈ ਅਤੇ ਦੇਖਦੇ ਹਾਂ ਚੱਲ ਕੇ। ਸੰਗਤਾਂ ਪਹੁੰਚੀਆਂ ਹੋਈਆਂ, ਪੂਰਾ ਇਕੱਠ ਹੈ ਸੰਗਤਾਂ ਦਾ। ਅਤੇ ਆਓ ਆਪਾਂ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਉਣੇ ਆ। ਅੱਗੇ ਲਾਉਣੇ ਆ। ਸਾਹਮਣੇ ਉੱਚੀਆਂ ਉੱਚੀਆਂ ਪਹਾੜੀਆਂ। ਨਿਸ਼ਾਨ ਸਾਹਿਬ ਝੂਲਦੇ ਹੋਏ। ਲਓ ਜੀ, ਆ ਗਏ ਆਪਾਂ ਸਰੋਵਰ ਤੇ। ਬਹੁਤ ਹੀ ਠੰਡਾ ਪਾਣੀ। ਇਸ ਤਰ੍ਹਾਂ ਇਹ ਪਾਣੀ ਜਿਹੜਾ ਹੈ ਉੱਪਰੋਂ ਪਹਾੜਾਂ ਤੋਂ ਬਰਫ਼ ਰਾਹੀਂ ਥੱਲੇ ਆ ਕੇ ਪਾਣੀ ਦਾ ਰੂਪ ਧਾਰ ਕਰ ਲੈਂਦਾ। ਦੇਖ ਰਹੇ ਹੋ ਤੁਸੀਂ ਬਰਫ਼ ਜੋ ਵਾਈਟ ਚਿੱਟੀ ਚਿੱਟੀ ਦਿਸ ਰਹੀ ਹੈ ਤੁਹਾਨੂੰ। ਕਈ ਵਾਰੀ ਤਾਂ ਇੱਥੇ ਬਰਫ਼ ਦੀਆਂ ਪਾਪੜੀਆਂ ਜਿਹੀਆਂ ਵੀ ਬਣ ਜਾਂਦੀਆਂ ਨੇ, ਪਰ ਹੁਣ ਬਰਫ਼ ਨਹੀਂ ਸੀ, ਪਾਣੀ ਸੀ ਪੂਰਾ ਸਾਫ਼, ਪਰ ਠੰਡਾ ਬਰਫ਼ ਜਿੰਨਾ ਹੀ ਸੀਗਾ। ਕਹਿੰਦੇ ਉੱਧਰਲੀ ਸਾਈਡ ਸ਼ਾਇਦ ਚੀਨ ਦੀ ਹੱਦ ਹੈ, ਇਹ ਪਹਾੜੀਆਂ ਦੇ ਪਰਲੀ ਸਾਈਡ। ਅਤੇ ਆਪਾਂ ਲਗਭਗ 4600 ਮੀਟਰ ਉੱਪਰ ਆ ਚੁੱਕੇ ਹਾਂ। ਹੇਮਕੁੰਟ ਦੀ ਜਿਹੜੀ ਉਚਾਈ ਹੈ ਸਮੁੰਦਰੀ ਤਲ ਤੋਂ ਲਗਭਗ 4600 ਮੀਟਰ ਹੈ। ਅਤੇ ਆ ਸਰੋਵਰ ਬਹੁਤ ਹੀ ਸਾਫ਼ ਪਾਣੀ ਹੈ। ਇਸ 'ਚ ਤੁਸੀਂ ਦੇਖ ਰਹੇ ਹੋ ਥੱਲੇ ਪੱਥਰ ਵੀ ਤੁਹਾਨੂੰ ਦਿਸਣਗੇ, ਇੰਨਾ ਸਾਫ਼ ਪਾਣੀ ਹੈ। ਸਾਹਮਣੇ ਪਹਾੜੀਆਂ, ਕਹਿੰਦੇ ਆਸੇ ਪਾਸੇ 7 ਪਹਾੜੀਆਂ ਅਤੇ ਉਹਨਾਂ ਦੇ ਵਿਚਕਾਰ ਇਹ ਸਥਾਨ ਹੈ ਜਿੱਥੇ ਗੁਰੂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆ ਕੇ ਸਾਧਨਾ ਕੀਤੀ ਸੀ, ਕਹਿੰਦੇ ਪਿਛਲੇ ਜਨਮ 'ਚ। ਦੇਖ ਰਹੇ ਹੋ ਤੁਸੀਂ ਵਿੱਚੋਂ ਪੱਥਰ ਉਵੇਂ ਦਿਸ ਰਹੇ ਆ ਸਾਫ਼। ਲਓ ਜੀ, ਹੁਣ ਆਪਾਂ ਇੱਥੇ ਖਿਚੜੀ ਅਤੇ ਚਾਹ ਮਿਲਦੀ ਹੈ। ਰੋਟੀਆਂ ਦਾ ਲੰਗਰ ਨਹੀਂ ਮਿਲੇਗਾ ਇੱਥੇ ਤੁਹਾਨੂੰ, ਪ੍ਰਸ਼ਾਦਿਆਂ ਦਾ। ਖਿਚੜੀ ਮਿਲੇਗੀ ਤੁਹਾਨੂੰ, ਕਿਉਂਕਿ ਖਿਚੜੀ ਠੀਕ ਰਹਿੰਦੀ ਹੈ, ਕਿਉਂਕਿ ਬੰਦਾ ਸਫ਼ਰ 'ਚੋਂ ਆਇਆ ਹੁੰਦਾ, ਹਲਕਾ ਖਾਣਾ ਹੁੰਦਾ, ਛੇਤੀ ਪਚ ਜਾਂਦਾ ਇਹ, ਤਾਂ ਤੁਹਾਨੂੰ ਇੱਥੇ ਖਿਚੜੀ ਮਿਲੇਗੀ ਅਤੇ ਖਿਚੜੀ ਨਾਲ ਚਾਹ। ਲਓ ਜੀ, ਆਪਾਂ ਛਕਦੇ ਹਾਂ ਪਹਿਲਾਂ। ਸੰਗਤਾਂ ਖਿਚੜੀ ਖਾਂਦੀਆਂ ਹੋਈਆਂ, ਕਿਉਂਕਿ ਭੁੱਖ ਬਹੁਤ ਲੱਗੀ ਹੁੰਦੀ ਹੈ। ਚੜ੍ਹਾਈ ਹੈ ਜੀ ਅੰਦਰਲਾ ਦ੍ਰਿਸ਼ ਗੁਰਦੁਆਰੇ ਦਾ। ਕੀਰਤਨ ਚੱਲਦਾ ਹੋਇਆ ਅਤੇ ਸੰਗਤਾਂ ਨਮਸਤਕ ਹੁੰਦੀਆਂ ਹੋਈਆਂ। ਬਹੁਤ ਹੀ ਸੋਹਣਾ ਹਾਲ ਬਣਿਆ ਹੋਇਆ ਅੰਦਰ, ਜੇ ਤੁਸੀਂ ਆਓਗੇ ਤਾਂ ਵੇਖੋਗੇ। ਆਪਾਂ 4:30 ਚੱਲੇ ਸੀ ਅਤੇ 11:30 ਇੱਥੇ ਪਹੁੰਚ ਗਏ ਸੀਗੇ। ਇੰਨਾ ਕੁ ਟਾਈਮ ਲੱਗਦਾ ਇੱਥੇ ਆਉਣ 'ਤੇ। 6 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ। ਅਤੇ ਇੱਕ ਇੱਥੇ 12 ਵਜੇ ਅਰਦਾਸ ਹੁੰਦੀ ਹੈ, ਫਿਰ 2 ਵਜੇ, ਇਸ ਤਰ੍ਹਾਂ 2-3 ਟਾਈਮ ਨੇ ਅਰਦਾਸ ਦੇ। ਤਾਂ ਆਪਾਂ 12 ਵਾਲੀ ਅਰਦਾਸ 'ਚ ਪਹੁੰਚ ਚੁੱਕੇ ਸੀਗੇ ਅਤੇ ਸ਼ਾਮਲ ਹੋਏ ਸੀਗੇ।
ਲਗਭਗ 6.5 ਘੰਟੇ ਲੱਗੇ ਆਪਾਂ ਨੂੰ ਉੱਪਰ ਆਉਣ 'ਚ 6 ਕਿਲੋਮੀਟਰ ਦਾ ਸਫ਼ਰ ਤੈਅ ਕਰਨ 'ਚ। ਤੇ ਬਹੁਤ ਸਿੱਧੀ ਚੜ੍ਹਾਈ ਸੀਗੀ, ਪਰ ਉਸ ਮਾਲਕ ਦੀ ਕਿਰਪਾ ਰਹੀ ਕਿ ਆਪਾਂ ਕੋਈ ਖੱਜਰ ਨਹੀਂ ਲਈ, ਸਿੱਧਾ ਲੱਤਾਂ ਨਾਲ ਚੜ੍ਹਾਈ ਪੂਰੀ ਕੀਤੀ ਹੈ। ਦੂਰੋਂ ਦੂਰੋਂ ਸੰਗਤਾਂ ਇੱਥੇ ਨਮਸਤਕ ਹੁੰਦੀਆਂ ਨੇ। ਦੇਸ਼ ਦੇ ਹਰ ਕੋਨੇ 'ਚੋਂ ਸੰਗਤ ਆਉਂਦੀ ਹੈ। ਲਓ ਜੀ, ਹੁਣ ਆਪਾਂ ਇੱਕ ਵਾਰ ਫਿਰ ਤੁਹਾਨੂੰ ਦਰਸ਼ਨ ਕਰਵਾ ਦਈਏ ਸਰੋਵਰ ਦੇ, ਅਤੇ ਫਿਰ ਆਪਾਂ ਵਾਪਸੀ ਕਰਦੇ ਹਾਂ, ਕਿਉਂਕਿ ਥੱਲੇ ਕਈ ਵਾਰ ਮੌਸਮ ਖਰਾਬ ਹੋ ਜਾਂਦਾ। 2 ਤੋਂ ਪਹਿਲਾਂ ਆਪਾਂ ਵਾਪਸ ਧਾਮ ਵੇਖ ਕੇ ਚੱਲਾਂਗੇ, ਅਤੇ ਅੱਜ ਦੀ ਰਾਤ ਫਿਰ ਧਾਮ ਵੇਖ ਕੇ ਗੁਜ਼ਾਰਾਂਗੇ, ਕਿਉਂਕਿ ਅੱਗੇ ਵਾਲਾ ਸਫ਼ਰ ਹੈ ਧਾਮ ਤੋਂ ਗੋਬਿੰਦ ਘਾਟ ਦਾ, ਉਹ ਅੱਜ ਪੂਰਾ ਨਹੀਂ ਹੋਣਾ। ਅਤੇ ਕੱਲ੍ਹ ਨੂੰ ਫਿਰ ਆਪਾਂ ਗੋਬਿੰਦ ਧਾਮ ਤੋਂ ਗੋਬਿੰਦ ਘਾਟ ਵਾਪਸ ਚੱਲਾਂਗੇ, ਜਿੱਥੋਂ ਆਪਾਂ ਆਏ ਸੀ ਗੋਬਿੰਦ ਘਾਟ ਤੋਂ। ਅੱਜ ਦੀ ਰਾਤ ਹੈ ਜਿਹੜੀ ਉਹ ਆਪਾਂ ਧਾਮ ਵੇਖੇ ਹੀ ਗੁਜ਼ਾਰਾਂਗੇ। ਠੀਕ ਹੈ ਜੀ। ਠੀਕ ਹੈ ਜੀ, ਇਹ ਸੀ ਹੇਮਕੁੰਟ ਸਾਹਿਬ ਦੀ ਯਾਤਰਾ। ਸ਼ਾਇਦ ਇੱਕ ਬਲੌਗ ਤੁਹਾਨੂੰ ਹੋਰ ਪਾਈਏ ਵਾਪਸ ਜਾਣ ਦਾ, ਅਤੇ ਗੋਬਿੰਦ ਘਾਟ ਦਾ ਗੁਰਦੁਆਰਾ ਜਿਹੜਾ ਰਹਿ ਗਿਆ ਸੀ, ਉਹ ਆਪਾਂ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਵਾਈਏ। ਠੀਕ ਹੈ ਜੀ, ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ। ਇਹੀ 2-3 ਚੀਜ਼ਾਂ ਹੁੰਦੀਆਂ ਨੇ ਜੋ ਕਹਿ ਰਹੇ ਹਾਂ। ਹਰ ਕੋਈ ਇਹੀ ਡਾਇਲੋਗ ਬੋਲਦਾ, ਸੋ ਆਪਾਂ ਵੀ ਬੋਲਤਾ। ਬਾਕੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾफ़ ਕਰਿਓ। ਸੰਗਤਾਂ ਬੈਠੀਆਂ ਹੋਈਆਂ ਆਰਾਮ ਫਰਮਾ ਰਹੀਆਂ ਨੇ, ਕਿਉਂਕਿ ਬੰਦਾ ਥੱਕ ਜਾਂਦਾ ਚੜ੍ਹਾਈ ਤੋਂ। ਅਤੇ ਬਾਕੀ ਆਪਾਂ ਨੂੰ ਰਸਤੇ 'ਚ ਕੋਈ ਬਾਰਿਸ਼ ਵਗੈਰਾ ਨਹੀਂ ਪਈ, ਮੌਸਮ ਵਧੀਆ ਰਿਹਾ। ਨਹੀਂ ਤਾਂ ਕਈ ਵਾਰੀ ਹੁੰਦਾ ਬਾਰਿਸ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਫਿਰ ਥੋੜ੍ਹਾ ਜਿਹਾ ਕੰਮ ਲੇਟ ਹੋ ਜਾਂਦਾ। ਬਾਕੀ ਕੁੱਲ ਮਿਲਾ ਕੇ ਯਾਤਰਾ ਵਧੀਆ ਰਹੀ। ਅਤੇ ਅੱਜ ਆਪਾਂ ਧਾਮ ਚੱਲਾਂਗੇ ਵਾਪਸ, ਅਤੇ ਕੱਲ੍ਹ ਨੂੰ ਵਾਪਸੀ ਕਰਾਂਗੇ 14 ਤਰੀਕ ਨੂੰ। ਠੀਕ ਹੈ ਜੀ, ਫਿਰ ਮਿਲਦੇ ਹਾਂ। ਸੰਗਤਾਂ ਖਿਚੜੀ ਖਾਂਦੀਆਂ ਹੋਈਆਂ ਦੇਖ ਰਹੇ ਹੋ ਤੁਸੀਂ, ਬੱਚੇ ਬੁੱਢੇ ਸਾਰੇ। ਅਤੇ ਚੱਲਦੇ ਹਾਂ ਜੀ ਫਿਰ। ਰੱਬ ਰਾਖਾ।